ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਅਸੀਂ ਪੂਰਨ ਸੰਖਿਆਵਾਂ ਦੀ ਗੁਣਾ ਅਤੇ ਭਾਗ ਕਰਾਂਗੇ, ਮਤਲਬ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਆਫ ਇੰਟੀਜਰਸ। ਅਸਲ ਵਿੱਚ ਜਿਹੜੀ ਗੁਣਾ ਵਾ ਇਹ ਬਣੀ ਜਮ੍ਹਾਂ ਤੋਂ ਹੀ ਆ। ਜਿਸ ਤਰ੍ਹਾਂ ਦੇਖੋ, ਅਸੀਂ ਕਹਿੰਦੇ ਆ ਕਿ 5 + 5 + 5 ਤੇ ਕਿੰਨਾ ਹੋ ਗਿਆ ਜੀ? 15 ਹੋ ਗਿਆ। ਪਰ ਦੂਜੇ ਪਾਸੇ ਫਿਰ ਆਪਾਂ 5 × 3 ਉਹ ਯਾਦ ਕਰ ਲਿਆ, 5 × 3 = 15। ਇਹਦਾ ਮਤਲਬ ਆ ਦੋਵੇਂ ਗੱਲਾਂ ਬਰਾਬਰ ਨੇ। ਜਿਹੜਾ ਲਿਖਿਆ ਵਾ 5 × 3 ਇਹ ਕਹਿੰਦਾ ਵਾ 5 ਕਹਿੰਦਾ ਵਾ ਮੈਨੂੰ 3 ਵਾਰੀ ਜਮ੍ਹਾਂ ਕਰੋ। ਆ ਮਲਟੀਪਲਾਈ 3 ਦਾ ਮਤਲਬ ਇਹ ਜਮ੍ਹਾਂ ਕਰਨਾ 3 ਵਾਰੀ। ਇਹਦੇ ਵਿੱਚ ਦੋਵੇਂ ਗੱਲਾਂ ਹੋ ਸਕਦੀਆਂ। ਦੋਵੇਂ ਗੱਲਾਂ ਕੀ ਵੀ 5 ਕਹਿੰਦਾ ਮੈਨੂੰ 3 ਵਾਰੀ ਜਮ੍ਹਾਂ ਕਰੋ, ਤਾਂ 3 ਵੀ ਕਹਿ ਸਕਦਾ। 3 ਕਹਿੰਦਾ ਮੈਨੂੰ 5 ਵਾਰੀ ਜਮ੍ਹਾਂ ਕਰੋ। ਇਹ ਵੀ ਦੋਵੇਂ ਗੱਲਾਂ ਨੇ। 3 ਕਹਿ ਸਕਦਾ ਵੀ ਮੈਨੂੰ 5 ਵਾਰੀ ਜਮ੍ਹਾਂ ਕਰੋ। ਜਦੋਂ 3 ਨੂੰ 5 ਵਾਰੀ ਜਮ੍ਹਾਂ ਕਰੀਏ ਤੇ ਫਿਰ ਵੀ ਸਾਡੇ ਕੋਲ ਕੀ ਬਣਦਾ ਜੀ? 15 ਹੀ ਬਣਦਾ ਵਾ। ਕਹਿਣ ਦਾ ਮਤਲਬ ਆ ਇਹਦੀ ਗੱਲ ਮੰਨਦਾ ਜਾਂ ਇਹਦੀ ਗੱਲ ਮੰਨਦਾ ਵਾ। ਇਹਨੂੰ ਕਹਿੰਦੇ ਕਮਿਊਟੇਟਿਵ ਪ੍ਰੋਪਰਟੀ। ਇਹਦੀ ਚਰਚਾ ਆਪਾਂ ਫਿਰ ਕਰਾਂਗੇ। ਆਪਾਂ ਸਿਰਫ ਇਸ ਗੱਲ ਤੇ ਆਏ ਅੱਜ ਕਿ ਜਿਹੜੀ ਮਲਟੀਪਲੀਕੇਸ਼ਨ ਆ ਉਹ ਐਡੀਸ਼ਨ ਤੋਂ ਹੀ ਬਣੀ ਆ। ਸਿਰਫ ਤੇ ਸਿਰਫ ਇੰਨੀ ਗੱਲ ਆ ਕਿ ਜਦੋਂ ਅਸੀਂ ਕਹਿੰਦੇ ਆ 5 × 3 ਇਹਦਾ ਮਤਲਬ ਕੀ ਆ ਵੀ 5 ਨੂੰ 3 ਵਾਰੀ ਪਲੱਸ ਕਰੋ। ਜਦੋਂ ਸਾਨੂੰ ਇਹ ਲਿਖਿਆ ਹੋਵੇ -5 × 3 ਇਹਦਾ ਮਤਲਬ ਵੀ ਉਹੀ ਆ। ਇਹ -5 ਨੂੰ ਕਿੰਨੀ ਵਾਰੀ ਪਲੱਸ ਕਰੋ ਜੀ? 3 ਵਾਰੀ। ਹੁਣ ਇਹ ਫਿਰ -5 ਮੈਂ ਤੁਹਾਨੂੰ ਗੱਲ ਦੱਸੀ ਸੀ ਵੀ ਬ੍ਰੈਕਟ ਦੇ ਬਾਹਰ ਪਲੱਸ ਲੱਗਾ ਹੋਵੇ ਤੇ ਸਾਈਨ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ 10 ਬ੍ਰੈਕਟਾਂ ਸੋਲਵ ਕਰ ਲਈਆਂ ਨੇ ਔਰ ਇਹ ਸਾਰੇ ਮਾਈਨਸ ਵਾਲੇ ਇੱਕੋ ਜਿਹੇ ਨੇ ਜੀ, ਤੇ ਮਾਈਨਸ ਵਾਲੇ ਕਿੰਨੇ ਹੋ ਗਏ ਜੀ? 50। ਹੁਣ ਕਹਿਣ ਦਾ ਮਤਲਬ ਇਹ ਆ ਕਿ 5 ਤੇ 15 ਤੇ ਉਹੀ ਆਇਆ, ਗੱਲ ਸਿਰਫ ਨਾਲ ਸਾਈਨ ਦੀ ਆ। ਫਿਰ ਅਸੀਂ ਇਹ ਗੱਲ ਸਿੱਖੀ ਆ ਵੀ ਜਦੋਂ ਵੀ ਮਲਟੀਪਲਾਈ ਕਰਨਾ ਵਾ, ਜੇਕਰ ਸਾਈਨ ਇੱਕ ਨਾਲ ਮਾਈਨਸ ਲੱਗਿਆ ਤੇ ਆਨਸਰ ਵੀ ਹਮੇਸ਼ਾ ਮਾਈਨਸ ਆਏਗਾ। ਇੱਕ ਸਾਡੇ ਕੋਲ ਰਿਣਾਤਮਕ ਸੰਖਿਆ ਵਾ, ਇੱਕ ਧਨਾਤਮਕ ਆ, ਪਰ ਮਲਟੀਪਲਾਈ ਕਰਨ ਦੇ ਆਨਸਰ ਹਮੇਸ਼ਾ ਕੀ ਹੈਗਾ ਜੀ? ਮਾਈਨਸ ਆਏਗਾ। ਇਹ ਜਿਸ ਤਰ੍ਹਾਂ ਹੁਣ ਆਪਾਂ ਹੋਰ ਹੀ ਕੋਈ ਸਵਾਲ ਕਰਨੇ ਹੋਣ, ਲਿਖਿਆ ਜੀ 2 × -3 ਮਲਟੀਪਲਾਈ ਉਹੀ ਕਰਨੀ ਹੈ, 2 × 3 = 6, ਪਰ ਨਾਲ ਕੀ ਲੱਗੇਗਾ? ਮਾਈਨਸ ਕਿਉਂ ਲੱਗੇਗਾ? ਕਿਉਂਕਿ ਇਹ ਗੱਲ ਸਿੱਖੀ ਆ ਵੀ ਜਦੋਂ ਵੀ ਇੱਕ ਧਨਾਤਮਕ ਸੰਖਿਆ ਤੇ ਇੱਕ ਰਿਣਾਤਮਕ ਹੋਵੇ ਤੇ ਗੁਣਾ ਦੇ ਵਿੱਚ ਹਮੇਸ਼ਾ ਹੀ ਜਵਾਬ ਰਿਣਾਤਮਕ ਆਉਂਦਾ। ਉਸ ਤਰ੍ਹਾਂ ਭਾਗ ਵਿੱਚ ਵੀ ਉਹ ਰੂਲ ਲੱਗਣੇ ਨੇ ਜੋ ਆਪਾਂ ਮਲਟੀਪਲੀਕੇਸ਼ਨ 'ਚ ਲਾਉਣੇ ਆ, ਸੇਮ ਰੂਲ ਲੱਗਣਗੇ। ਆਓ ਇੱਕ ਸਵਾਲ ਹੋਰ ਕਰਦੇ ਆ ਜੀ। ਸਾਡੇ ਕੋਲ ਲਿਖਿਆ ਜੀ 5 - ਦੇ × 2 ਫਿਰ ਹੋਏਗਾ 5 × 2 = 10 ਤੇ ਨਾਲ ਕੀ ਹੈਗਾ ਜੀ? ਮਾਈਨਸ। ਹੁਣ ਗੱਲ ਕੀ ਆ ਜਾਂਦੀ ਆ ਵੀ ਜੇਕਰ ਦੋਨੋਂ ਨੰਬਰ ਨੈਗੇਟਿਵ ਹੋਣ, ਦੋਨੋਂ ਨੰਬਰ ਮਾਈਨਸ ਤੇ ਹੋਣ, ਦੋਨੋਂ ਹੀ ਰਿਣਾਤਮਕ, ਜਿੱਦਾਂ ਸਾਡੇ ਕੋਲ ਆ ਜਾਏ ਜੀ, ਸਾਡੇ ਕੋਲ ਆ ਗਿਆ ਜੀ ਇੱਥੇ -2 × -3। ਇਹਨੂੰ ਸੋਲਵ ਕਰਨਾ ਜੀ। ਹੁਣ ਦੇਖੋ ਸਾਡੇ ਕੋਲ ਇਹ ਗੱਲ ਲਿਖੀ ਆ -2 × 3 ਤੇ ਕਿੰਨਾ ਜਵਾਬ ਆਇਆ ਜੀ? -6। ਜੇਕਰ ਆਪਾਂ 3 ਨੂੰ ਇੱਕ ਹੋਰ ਕਦਮ ਥੱਲੇ ਲੈ ਗਏ, 3 ਦੀ ਜਗ੍ਹਾ ਤੇ 2 ਵਾਰੀ ਕਰ ਲਈਏ ਤੇ ਕਿੰਨਾ ਆ ਗਿਆ ਜੀ? -4। ਜੇਕਰ -2 ਨੂੰ 1 ਨਾਲ ਮਲਟੀਪਲਾਈ ਕਰ ਲਈਏ, ਜਿਉਂ-ਜਿਉਂ ਜੇ -2 ਨੂੰ 0 ਨਾਲ ਕਰ ਲਈਏ, ਜਿਉਂ-ਜਿਉਂ ਆ ਜਿਹੜੀ ਗੁਣਾ ਹੋ ਰਹੀ ਹੈ ਜਿਸ ਨੰਬਰ ਦੇ ਨਾਲ, ਇਹਨੂੰ ਆਪਾਂ ਘਟਾ ਰਹੇ ਹਾਂ ਤੇ ਜਿਹੜੀ ਸਾਡੀ ਵੈਲਿਊ ਆ ਉਹ -6, ਫਿਰ -4, ਫਿਰ -2
ਉਹ ਵੱਧ ਰਹੀ ਆ, ਉਹ ਪੋਜ਼ਿਟਿਵ ਵਾਲੇ ਪਾਸੇ ਨੂੰ ਜਾ ਰਹੀ ਹੈ। ਮਤਲਬ ਜੇ -2 ਨੂੰ 3 ਵਾਰੀ ਜੋੜਿਆ ਤੇ ਜਵਾਬ ਕਿੰਨਾ ਆ ਗਿਆ -6। -2 ਨੂੰ ਕਿੰਨੀ ਵਾਰੀ ਜੋੜਿਆ ਜੀ? 3 ਵਾਰੀ। ਇੱਥੇ ਕੀ ਹੋਇਆ ਜੀ? -2 ਨੂੰ 3 ਵਾਰੀ ਜੋੜਿਆ ਜੀ। ਔਰ ਇੱਥੇ ਕੀ ਜੀ? -2 ਨੂੰ ਸਿਰਫ ਤੇ ਸਿਰਫ 2 ਵਾਰੀ ਜੋੜਿਆ। ਜਦੋਂ ਇਹ ਜੋੜਨ ਵਾਲਿਆਂ ਦੀ ਗਿਣਤੀ ਆਪਾਂ ਘਟਾ ਰਹੇ ਹਾਂ ਤੇ ਸਾਡੀ ਇੱਧਰ ਵਾਲੀ ਜਿਹੜੀ ਵੈਲਿਊ ਆ ਆਨਸਰ ਵਾਲੀ, ਉਹ ਵੈਲਿਊ ਵੱਧ ਰਹੀ ਆ। ਤੇ ਜਦੋਂ ਆਪਾਂ ਫਿਰ ਕਿਉਂਕਿ 2 ਸਾਡੇ 2 ਵੱਧ ਰਹੇ ਨੇ, 2 ਜਿਹੜੇ ਵਧੀ ਜਾਣ ਰਹੇ, 2 ਪਲੱਸ ਹੋਈ ਜਾ ਰਹੇ। ਹਰ ਸਟੈਪ 'ਚ ਕਿੰਨੇ ਪਲੱਸ ਹੋ ਰਹੇ ਜੀ? 2 ਪਲੱਸ ਹੋ ਰਹੇ ਆ। ਤੇ ਜਦੋਂ ਇੱਥੇ ਕਰਾਂਗੇ ਨਾ -1 ਤੇ ਸਾਡੇ ਇੱਥੇ ਫਿਰ 2 ਕਦਮ ਪਲੱਸ ਹੋ ਕੇ ਤੇ ਜਵਾਬ ਕਿੰਨਾ ਜੀ? 2। ਫਿਰ -2 ਨੂੰ ਜਦੋਂ ਫਿਰ -2 ਨਾਲ ਮਲਟੀਪਲਾਈ ਕੀਤਾ, ਇਹ 'ਚ 2 ਕਦਮ ਹੋਰ ਪਲੱਸ ਹੋ ਗਏ ਜੀ ਤੇ ਜਵਾਬ ਕਿੰਨਾ ਗਿਆ ਜੀ? 4। ਕਹਿਣ ਦਾ ਮਤਲਬ ਇਹ ਵੀ ਜਦੋਂ 2 ਨੰਬਰ ਨੈਗੇਟਿਵ ਹੋ ਗਏ ਤੇ ਆਨਸਰ ਕੀ ਹੋਣਾ ਜੀ? ਪੋਜ਼ਿਟਿਵ। ਜਾਂ ਜਦੋਂ ਮਾਈਨਸ ਦੀ ਮਾਈਨਸ ਨਾਲ ਗੁਣਾ ਹੁੰਦੀ ਆ, ਮਾਈਨਸ ਤੇ ਮਾਈਨਸ ਕੱਟੇ ਜਾਂਦੇ ਆ। ਇਦਾਂ ਗੱਲ ਸਿੱਖੋ। ਕਹਿਣ ਦਾ ਮਤਲਬ ਇਹ ਆ ਵੀ ਜਦੋਂ ਹੁਣ ਇਹ ਵੀ ਮਾਈਨਸ ਦਾ ਤੇ ਵੀ ਮਾਈਨਸ ਦਾ ਗੁਣਾ ਤੇ ਉਦਾਂ ਵੀ 2 ਤੀਆਂ 6 ਨਾਲ ਚੱਕਰ ਹੈ ਮਾਈਨਸ ਕੀ ਲਾਉਣਾ? ਸਾਈਨ ਕੀ ਲਾਉਣਾ? ਤੇ ਜੇ ਮਾਈਨਸ ਹੈ ਤੇ ਮਾਈਨਸ ਨਾਲ ਮਾਈਨਸ ਕੱਟਿਆ ਗਿਆ ਤੇ ਆਨਸਰ ਕਿੰਨਾ ਆ ਗਿਆ ਜੀ? ਪਲੱਸ। ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਇਹ ਗੱਲ ਆਪਾਂ ਸਿੱਖ ਲੈਨੇ ਆ ਵੀ ਜਦੋਂ ਵੀ ਕੋਈ ਸਵਾਲ ਕਰਨਾ ਵਾ ਮਾਈਨਸ ਪਲੱਸ ਦਾ, ਔਰ ਸਾਰੀਆਂ ਗੱਲਾਂ ਇਹੋ ਹੀ ਰੂਲ, ਡਿਵੀਜ਼ਨ ਤੇ ਵੀ ਇਹੋ ਲੱਗਣੇ ਆ, ਭਾਗ ਤੇ ਵੀ ਇਹੋ ਲੱਗਣੇ ਆ। ਆਓ ਕੁਝ ਸਵਾਲ ਕਰੀਏ। ਜਿਸ ਤਰ੍ਹਾਂ 2-3 ਸਵਾਲ ਇੱਥੇ ਲਿਖਦੇ ਹਾਂ। ਪਹਿਲਾ ਸਵਾਲ -7 ਮਲਟੀਪਲਾਈ ਬਾਈ 3। ਦੂਜਾ ਸਵਾਲ -2 ਮਲਟੀਪਲਾਈ ਬਾਈ -10। ਤੀਜਾ ਸਵਾਲ 5 ਮਲਟੀਪਲਾਈ ਬਾਈ -9। ਆਪਾਂ ਬ੍ਰੈਕਟ ਤਾਂ ਪਾਉਣੇ ਆ ਇੱਥੇ ਕਿਉਂਕਿ ਆ ਮਲਟੀਪਲਾਈ ਹੋ ਰਹੀ ਆ ਤੇ ਆ ਵੀ ਸਾਡੇ ਕੋਲ ਇੱਕ ਸੰਪੂਰਨ ਸੰਖਿਆ ਵਾ ਤੇ 2 ਸਾਈਨ ਜਦੋਂ ਇਹ ਆਪਰੇਸ਼ਨ ਦੇ ਇੱਕੋ ਜਿਹੇ ਲਾਉਣ ਲੱਗੇ ਤੇ ਆਪਾਂ ਬ੍ਰੈਕਟ ਪਾ ਲੈਂਦੇ ਹਾਂ। ਚੌਥਾ ਸਵਾਲ -3 ਮਲਟੀਪਲਾਈ ਬਾਈ 0। ਕੰਮ ਸਾਡਾ ਉਹੀ ਹੈ ਜੀ। ਜਦੋਂ ਹੁਣ ਸੌਖੀ ਜੀ ਗੱਲ ਆ, ਜੇ ਤੇ ਘਟਾਓ ਦੇ ਜੋਟੇ ਬਣਦੇ ਆ ਤੇ ਘਟਾਓ ਨੂੰ ਕੱਟੀ ਜਾਂਦਾ, ਤੇ ਜੇ ਘਟਾਓ ਕੱਲੀ ਆ ਉਹਨੂੰ ਕੱਟਣ ਵਾਲਾ ਦੂਜਾ ਹੈ ਨਹੀਂ ਕੋਈ ਤੇ ਘਟਾਓ ਕੈਮਰੇ ਦੀ ਆ। ਬਸ ਇੰਨੀ ਗੱਲ ਜੀ। ਇੱਥੇ ਵੇਖੋ ਜੀ, ਘਟਾਓ ਕੱਲੀ ਆ, ਇਹ ਪ੍ਰਧਾਨੋ ਆ, ਇਹ ਕੈਮ ਰਹਿ ਗਈ ਹੈ ਜੀ, ਮਾਈਨਸ ਆਏਗਾ ਜੀ। ਇਹ ਨਹੀਂ ਕਿ ਕੋ ਕੱਟੀ ਗਈ, ਦੂਜਾ ਹੈ ਨਹੀਂ ਇਹਦੇ ਨਾਲ ਦਾ ਤੇ ਸੈਟ ਤੋਂ ਤਿਆਂ ਕੀ ਆ ਗਿਆ। ਇੱਥੇ ਆ ਗਈ ਇੱਕ ਘਟਾਓ ਹੈਗੀ ਤੇ ਇੱਕ ਹੋਰ ਆ ਗਈ ਲੜਨ, ਘਟਾਓ ਨਾਲ ਘਟਾਓ ਕੱਟੀ ਗਈ ਤੇ ਸਾਡੇ ਕੋਲ ਪੋਜ਼ਿਟਿਵ ਆਂਸਰ ਆ ਗਿਆ। ਪੋਜ਼ਿਟਿਵ ਪਾਉਣਾ ਤੇ ਪਾਓ, ਨਹੀਂ ਪਾਉਣਾ ਤੇ ਨਾ ਪਾਓ। ਇੱਥੇ ਵੀਰ ਜੀ ਕੱਲੀ ਮਾਈਨਸ ਹੈ, ਇੱਥੇ ਤਾਂ 0 ਨਾਲ ਮਲਟੀਪਲਾਈ ਕੀਤਾ ਤੇ ਆਂਸਰ ਕਿੰਨਾ ਗਿਆ? 0। 0 ਨਾਲ ਕੋਈ ਸਾਈਨ ਲਾਉਣ ਦੀ ਲੋੜ ਨਹੀਂ ਹੁੰਦੀ, ਨਾ 0 ਪੋਜ਼ਿਟਿਵ ਹੁੰਦਾ ਨਾ 0 ਨੈਗੇਟਿਵ ਹੁੰਦਾ ਜੀ। ਜੇਕਰ 2 ਸੰਖਿਆਵਾਂ ਤੋਂ ਸਾਨੂੰ ਵੱਧ ਸੰਖਿਆਵਾਂ ਦਿੱਤੀਆਂ ਹੋਣ, ਕਹਿਣ ਦਾ ਮਤਲਬ ਇਹ ਕਿ ਸਾਨੂੰ ਇੱਦਾਂ ਵੀ ਦਿੱਤੀਆਂ ਜਾ ਸਕਦੀਆਂ ਸੰਖਿਆਵਾਂ ਵੀ ਸਵਾਲ ਕਰਨਾ ਵਾ ਜੀ -7 ਮਲਟੀਪਲਾਈ ਬਾਈ -1 ਮਲਟੀਪਲਾਈ ਬਾਈ 2 ਮਲਟੀਪਲਾਈ ਬਾਈ -3। ਜਿੰਨੀਆਂ ਮਰਜ਼ੀ ਸੰਖਿਆਵਾਂ, ਹੁਣ ਕੋਈ ਡਰਨ ਦੀ ਲੋੜ ਨਹੀਂ। ਕਰਨਾ ਕੀ ਆ? ਵੇਖਣਾ ਵੀ ਜੋਟੇ ਬਣਦੇ ਆ, ਇਹ ਵੀ ਨਹੀਂ ਵੇਖਣਾ। ਐ ਵੇਖ ਲਓ ਬਸ ਵੀ ਐਸ ਮਾਈਨਸ ਨੇ ਐਸ ਮਾਈਨਸ ਨੂੰ ਕੱਟਤਾ, ਝਗੜਾ ਹੋ ਗਿਆ ਇਹਨਾਂ ਦੇ ਤੇ ਆਹ ਵਿਚਾਰਾ ਇਹ ਪਲੱਸ ਦਾ ਆਹ ਬਚ ਗਈ ਹੈ, ਇਹ ਮਿਲ ਰਹੀ ਜਿੰਦੀ ਰਹਿ ਗਈ ਹੈ, ਇਹ ਨਹੀਂ ਕੱਟੀ। ਤੇ ਬਾਕੀ ਹਿਸਾਬ ਨੂੰ ਗੁਣਾ ਕਰ ਦਿਓ। 7 × 7 ਤੇ ਆਖੋ 3 ਦੂਣੀ 6, ਇੱਥੋਂ 7 ਆਇਆ ਬੜਾ, ਇੱਥੇ 6 ਤੇ 7 6 ਕਿੰਨਾ ਦਾ ਜੀ? 42। ਮਤਲਬ ਜਿੱਡਾ ਮਰਜ਼ੀ ਲੰਬਾ ਸਵਾਲ ਹੋਵੇ, ਤੁਸੀਂ ਕੀ ਕਰਨਾ ਵਾ ਜੀ? ਇਹ ਵੇਖਣਾ ਵਾ ਕਿ ਕੀ ਮਾਈਨਸ ਨਾਲ ਮਾਈਨਸ ਕੱਟੀ ਜਾਂਦੀ ਹੈ। ਜੇ ਤੇ ਕੱਟੀ ਜਾਂਦੀ ਹੈ ਕੱਟ ਦਿਓ, ਜੇ ਬਚ ਗਈ ਤੇ ਬਚ ਗਈ, ਬਸ ਤਗੜੀ ਅਗਲੀ ਕੁਝ ਜਾਣੇ ਆ ਮਜ਼ਬੂਤ ਆਓ। ਹੋਰ ਆਪਾਂ ਕੁਝ ਹੁਣ ਤੁਹਾਡੇ ਬੁੱਕ ਤੋਂ ਕੁਝ ਸਵਾਲ ਕਰਦੇ ਹਾਂ ਗੁਣਾ ਦੇ ਉੱਤੇ। ਗੁਣਾ ਤੇ ਭਾਗ ਦੋ ਗੱਲਾਂ ਸੇਮ ਨੇ,
ਆਪਾਂ ਭਾਗ ਨੂੰ ਵੀ ਨਾਲ ਹੀ ਲੈ ਕੇ ਚੱਲਣਾ ਹੁਣੇ, ਤਾਂ ਕਿ ਇਹਨਾਂ ਦੋਵਾਂ ਦੇ ਵਿੱਚ ਕੋਈ ਫਰਕ ਤਾਂ ਹੈ ਨਹੀਂ ਗਾ। ਤੇ ਆਓ ਆਪਾਂ ਭਾਗ ਦੀ ਵੀ ਗੱਲ ਨਾਲ ਹੀ ਕਰੀਏ। ਡਿਵੀਜ਼ਨ ਦੇ ਵਿੱਚ ਵੀ ਸਿੰਪਲ ਇਹੋ ਹੀ ਚੀਜ਼ ਆ। ਦੇਖੋ ਮੈਂ ਇੱਥੇ ਲਿਖਿਆ ਜੀ -20 ਨੂੰ ਭਾਗ ਕਰਨਾ ਵਾ ਜੀ -10 ਨਾਲ। ਇੱਥੇ ਬਿਲਕੁਲ ਉਹ ਸਾਰੀ ਗੱਲ ਆ ਗੁਣਾ ਵਾਲੀ। ਇੱਥੇ ਫਿਰ ਘਟਾਓ ਨਾ ਘਟਾਓ ਕੱਟੀ ਜਾਂਦੀ ਆ। ਬਾਕੀ ਕੀ ਬਚਿਆ 20 10 ਤੇ 20 ਨੂੰ 10 ਨਾਲ ਭਾਗ ਕਰ ਲਓ। ਜੇ ਜ਼ਬਾਨੀ ਹੁੰਦਾ ਜ਼ਬਾਨੀ ਕਰ ਲਓ। 10 ਦੁਣੇ 20 ਦਾ ਜਵਾਬ ਕਿੰਨਾ ਹੈਗਾ ਜੀ? ਬਾਈ ਚਾਂਸ ਜੇਕਰ ਇਹ ਲਿਖਿਆ ਹੁੰਦਾ -100 ਨੂੰ ਭਾਗ ਕਰਨਾ ਵਾ ਜੀ 20 ਦੇ ਨਾਲ। ਹੁਣ ਇੱਕ ਨੰਬਰ ਨੈਗੇਟਿਵ ਆ, ਇਹਨੂੰ ਕੱਟਣ ਵਾਲਾ ਕੋਈ ਹੈ ਨਹੀਂਗਾ, ਇਹ ਬਚ ਗਿਆ ਜੀ। ਤੇ 100 ਨੂੰ 20 ਨਾਲ ਭਾਗ ਕਰ ਲਓ। ਉਹ ਕਿੰਨਾ ਹੁੰਦਾ ਜੀ? 20 50 ਤੇ ਜਵਾਬ ਕਿੰਨਾ ਆ ਗਿਆ ਜੀ? 5 -5। ਕਹਿਣ ਦਾ ਮਤਲਬ ਹੈ ਗੁਣਾ ਤੇ ਭਾਗ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਆਪਾਂ ਹੁਣ ਰਲੇ ਮਿਲੇ ਸਵਾਲ ਕੁਛ ਕਰਦੇ ਹਾਂ। ਦੇਖੋ ਜੀ ਪਹਿਲਾ ਸਵਾਲ ਹੈ, ਜ਼ਿਆਦਾ ਟਰਮਸ ਹੋਣ ਤੇ ਉਹਨੂੰ ਵੀ ਸੋਲਵ ਕਰਨਾ। ਸਾਡੇ ਕੋਲ ਲਿਖਿਆ ਵਾ ਜੀ, ਦੂਸਰਾ ਸਵਾਲ ਕਰਦੇ ਹਾਂ। ਸੈਕੰਡ ਕੁਐਸਚਨ ਹੈ ਤੁਹਾਡੀ ਬੁੱਕ ਦਾ। -9 ਮਲਟੀਪਲਾਈ ਬਾਈ 8 ਮਲਟੀਪਲਾਈ ਬਾਈ -7। ਇਹਦੇ ਵਿੱਚ ਵੀ ਦੇਖੋ ਇੱਥੇ ਵੀ ਮਾਈਨਸ ਤੇ ਮਾਈਨਸ ਕੱਟੀ ਗਈ ਜੀ। ਤੇ ਬਾਕੀ ਦੇਖੋ ਜੀ ਇਹਨੂੰ ਇਹਦੇ ਨਾਲ ਗੁਣਾ ਕਰੋ 9 8 72 ਤੇ 72 ਨੂੰ ਕਿਹਦੇ ਨਾਲ ਮਲਟੀਪਲਾਈ ਕਰ ਲਓ? 7 ਦੇ ਨਾਲ। 7 ਦੂਣੀ 14 7 ਦੂਣੀ 50 ਤੇ 1 50 ਆ ਗਈ ਜੀ 500 ਤੇ 4 ਆਂਸਰ ਪਲੱਸ ਦਾ, ਕਿਉਂਕਿ ਮਾਈਨਸ ਨੂੰ ਮਾਈਨਸ ਨੇ ਕੱਟ ਦਿੱਤਾ ਸੀ। ਹੁਣ ਜੇਕਰ ਤੁਹਾਨੂੰ ਸਵਾਲ ਭੁਲੇਖਾ ਪਾਇਆ ਗਿਆ ਵਾ ਜਾਣ ਕੇ -5 ਗੁਣਾ -4 ਗੁਣਾ -3 ਗੁਣਾ -1 ਤੇ ਅਖੀਰ 'ਚ ਲਿਖਿਆ ਗੁਣਾ 0, ਤੇ ਤੁਹਾਨੂੰ ਸਾਰਾ ਸਵਾਲ ਕੱਢਣ ਦੀ ਲੋੜ ਨਹੀਂ, ਕਿਉਂਕਿ ਤੁਹਾਨੂੰ ਪਤਾ ਵਾ ਕਿ ਗੁਣਾ ਕਰਕੇ ਜਿੰਨਾ ਮਰਜ਼ੀ ਵੱਡਾ ਜਵਾਬ ਆ ਜੇ, ਪਰ ਜਦੋਂ ਉਹਨੂੰ 0 ਨਾਲ ਗੁਣਾ ਕਰਾਂਗੇ ਤੇ ਆਨਸਰ ਕਿੰਨਾ ਆ ਜਾਣਾ ਵਾ? 0। ਤੇ ਤੁਹਾਨੂੰ ਮਲਟੀਪਲਾਈ ਕਰਨ ਤੋਂ ਬੜਾ ਹੀ ਉਹਦਾ ਜਿਹੜਾ ਆਨਸਰ ਆ ਉਹ ਕੀ ਲਿਖ ਦੇਣਾ ਚਾਹੀਦਾ ਜੀ? 0 ਲਿਖ ਦੇਣਾ ਚਾਹੀਦਾ। ਸਵਾਲ ਦੇਣ ਤੋਂ ਪਹਿਲਾਂ ਹੋਰ ਇੱਕ ਦੀ ਗੱਲ ਕਰੀਏ। ਸਾਡੇ ਕੋਲੇ ਇੱਕ ਲਫ਼ਜ਼ ਹੈ ਈਵਨ, ਪੰਜਾਬੀ 'ਚ ਆਪਾਂ ਕਹਿੰਦੇ ਜਿਸਤ। ਈਵਨ ਨੰਬਰਸ ਆਪਾਂ ਉਹਨਾਂ ਨੂੰ ਕਹਿੰਦੇ ਆ ਜਿਹੜੇ 2 ਨਾਲ ਡਿਵਾਈਡ ਹੋ ਜਾਣ। 2 ਦਾ ਮਤਲਬ ਇਹ ਹੁੰਦਾ ਵਾ ਜਿਸਤ ਉਹ ਨੇ, ਉਹ ਚੀਜ਼ਾਂ ਨੂੰ ਜਿਸਤ ਬੋਲਦੇ ਆ, ਉਹ ਚੀਜ਼ਾਂ ਨੂੰ ਈਵਨ ਬੋਲਦੇ ਆ ਜਿਹੜੀਆਂ 2 ਜਣਿਆਂ ਵਿੱਚ ਵੰਡੀਆਂ ਜਾਣ। ਜਿੱਦਾਂ ਸਾਡੇ ਕੋਲ 6 ਕੇਲੇ ਆ ਤੇ 2 ਜਣੇ 'ਚ ਵੰਡਣੇ ਤੇ 3 ਆ ਗਏ, ਅੱਧਾ ਨਹੀਂ ਕਰਨਾ। ਪਰ ਜੇਕਰ ਕੇਲੇ ਸਾਡੇ ਕੋਲ 5 ਹੁੰਦੇ ਤੇ 5 ਦੋਆਂ 'ਚ ਵੰਡੇ ਜਾਣੇ, 2 ਤੇ ਆ ਗਏ, 4 1 ਬਚ ਗਿਆ। ਫਿਰ ਇਹ ਨੰਬਰ ਜਿਸਤ ਨਹੀਂ ਗਾ। ਜਿਹੜੀ ਚੀਜ਼ 2 ਜਣੇ 'ਚ ਨਾ ਵੰਡੀ ਜਾਂਦੀ ਹੋਵੇ, ਝਗੜਾ ਪਾਉਂਦੀ ਹੋਵੇ, ਤੁਹਾਡੇ ਕੋਲ 20 ਰੁਪਏ ਹੀ 2 ਜਣੇ 'ਚ ਵੰਡਣੇ ਆ, 10 ਆ ਗਏ। ਪਰ ਜੇ 21 ਰੁਪਏ ਆ 10 ਤੇ ਆ ਗਏ, ਪਰ ਅੱਗੇ ਪੈਸੇ ਨਹੀਂ ਟੁੱਟੇ, ਰੁਪਈਆ 'ਚ ਵੜਿਆ। ਕਿਹਨੂੰ ਦੇਵਾਂ? ਇਹਨੂੰ ਦੇਵਾਂਗੇ, ਇਹਨੂੰ ਦੇਵਾਂ? ਝਗੜਾ। ਜਿਹੜਾ ਨੰਬਰ 2 ਜਣਿਆਂ 'ਚ ਵੰਡਿਆ ਜਾਵੇ ਉਹ ਜਿਸਤ ਆ, ਉਹ ਈਵਨ ਆ। ਤੇ ਜਿਹੜਾ 2 ਵਿੱਚ ਨਾ ਵੰਡਿਆ ਜਾਵੇ ਉਹ ਕੀ? ਔਡ ਆ। ਉਹਨੂੰ ਕਹਿੰਦੇ ਟਾਂਕ। ਜਿਹੜਾ 2 ਦਾ ਪਹਾੜਾ ਪੜ੍ਹਦੇ ਆ ਨਾ, ਉਹ ਸਾਰੀਆਂ ਚੀਜ਼ਾਂ 2 ਨਾਲ ਵੰਡੀਆਂ ਜਾਣੀਆਂ ਹੁੰਦੀਆਂ ਵਾ। ਅਸਲ 'ਚ ਪਹਾੜਾ ਹੀ ਉਹ ਤਾਂ 2 ਦਾ ਬਣਿਆ ਹੁੰਦਾ। ਇਸ ਕਰਕੇ ਜਿੰਨੇ ਵੀ ਸਾਡੇ ਕੋਲ ਹੁੰਦਾ ਵਾ ਨਾ ਜੀ, ਇਹ ਹੁਣ ਆਪਾਂ ਜਿਸ ਨੰਬਰ ਲਿਖਣੇ ਆ ਤਾਂ ਸਾਡੇ ਕੋਲ ਪਤਾ ਕੀ ਜੀ, ਜਿੰਨੇ ਵੀ ਨੰਬਰ ਨੇ, ਹੁਣ ਆਪਾਂ ਕਿਉਂਕਿ ਅਸੀਂ ਇੰਟੀਜਰ ਵਿੱਚ ਗੱਲ ਕਰ ਰਹੇ ਹਾਂ, ਜਦੋਂ ਆਪਾਂ ਇੰਟੀਜਰ ਦੀ ਗੱਲ ਕਰਨੀ ਆ ਉਦੋਂ ਸਾਡੇ ਕੋਲੇ ਇਕੱਲੇ ਨੰਬਰ ਗਿਣਤੀ ਨਹੀਂ ਲੈਣੀ, ਸਾਰੇ ਨੈਗੇਟਿਵ ਪੋਜ਼ਿਟਿਵ
ਔਰ ਇਸ ਕਰਕੇ ਜਿਸ ਦੇ ਵਿੱਚ ਸਾਡੇ ਕੋਲੇ ਆਏਗਾ 0 2 4 6 8 -2 -4 ਇਹ ਜਿਹੜੇ ਸਾਰੇ 2 ਨਾਲ ਡਿਵਾਈਡ ਹੋ ਜਾਂਦੇ ਨੇ ਇਹ ਸਾਡੇ ਕੀ ਹੋ ਗਈ ਜਿਸਤ ਤੇ ਟਾਂਗ ਸਾਡੇ ਕੋਲ ਕੀ ਬਣਨੀ ਜੀ 1 3 5 ਸੋ ਔਨ और -1 -3 -1 ਇਹ ਸਾਡੇ ਕੀ ਨੇ ਔਡ ਇੰਟੀਜਰਸ ਨੇ। ਸਾਡਾ ਇੱਕ ਸਵਾਲ ਹੈ ਛੋਟਾ ਜਿਹਾ, ਸਾਡਾ ਸਵਾਲ ਇਹ ਆ ਕਿ ਰਾਈਟ ਈਵਨ ਇੰਟੀਜਰਸ मतलब कि यह जिस्त संपूर्ण संख्या लिखो किहदे विच बिटवीन -9 एंड 7 घटाओ 9 ਅਤੇ 7 ਦੇ ਵਿਚਕਾਰ ਕੀ ਲਿਖੋ ਜੀ ਈਵਨ ਇੰਟੀਜਰਸ। ਤੇ ਹੁਣ ਦੇਖੋ ਜੀ ਸਾਡੇ ਕੋਲੇ ਜਿਹੜਾ ਘਟਾਓ 9 ਇੱਥੋਂ ਸ਼ੁਰੂ ਹੁੰਦਾ ਜੀ ਤੇ 7 100 ਕੀ ਹੈ ਜੀ। ਹੁਣ ਪਹਿਲੀ ਗੱਲ ਹੈ ਵੀ ਘਟਾਓ 9 ਦੇ ਅੱਗੇ ਕੀ ਆ ਜਾਏਗਾ ਜੀ -8 ਫਿਰ -6 ਫਿਰ -4 -2 0 2 4 ਤੇ 6 ਇਹ ਸਾਡੇ ਕੀ ਨੇ ਸਾਰੇ ਈਵਨ ਇੰਟੀਜਰਸ ਨੇ between -9 and -9 and 7 ਦੇ ਵਿੱਚ। ਔਰ ਇਹੋ ਜਿਹੇ ਸਵਾਲ ਤੁਸੀਂ ਕਰੋਗੇ ਕਰੋ। ਇੱਕ ਮੈਂ ਤੁਹਾਨੂੰ ਹੋਰ ਸਵਾਲ ਜੇ ਦੇਣਾ, ਪਹਿਲਾਂ ਇਹਦੇ ਨਾਲ ਦੇ ਇੱਕ ਸਵਾਲ ਲਿਖ ਲਈਏ ਜੀ। ਫਾਈਂਡ ਪਹਿਲਾ ਸਵਾਲ ਫਾਈਂਡ all odd integers between ਕਿਹਦੇ ਜੀ -4 and 11 -4 and 11 ਦੇ ਵਿਚਕਾਰ ਤੁਸੀਂ ਇੰਟੀਜਰਸ ਫਾਈਂਡ ਕਰੋਗੇ। ਇੱਕ ਤੁਹਾਨੂੰ ਹੋਰ ਗੱਲ ਦੱਸਣੀ ਸੀ, ਜੇਕਰ ਮੈਂ ਤੁਹਾਨੂੰ ਇਹ ਗੱਲ ਕਹਿਣਾ, ਬੜਾ ਵਧੀਆ ਸਵਾਲ ਹੈ ਰਾਈਟ सवाल लिखते जी राइट 4 कंजक्टिव even integers succeeding -64। बहुत ही बढ़िया सवाल है जी। ये सवाल की है असल भी जेकर मैं गल ये कहना वा भी तुसी मैनू 8 तो अगे 5 जिस्त नंबर लिख के दिखाओ। 8 तो अगे 5 जिस्त नंबर जे मैं कहता ना कला ही भी 8 तो अगे इंटीजर 5 अगले कंजक्टिव होंगे लागे लागे वाले नाल दे सक्सीडिंग होंगे अगे 8 तो अगे वाले मैनू 5 नंबर लिख के दसो तो की बनने 9 10 11 12 ते 13 ये नंबर ने इंटीजर ने सक्सीडिंग इंटीजर ने जी बस। पर जे मैं कहना भी ईवन इंटीजर चाहिए 8 तो अगे वाले की जी ईवन इंटीजर तो फिर 8 तो अगे की बनना ही 10 10 तो अगे बनना जी साढ़े को 12 8 तो अगे बनना जी 10 10 तो अगे की बनना जी 12 12 तो अगे 14 14 तो अगे 16 16 तो अगे 18 ये हो गई ईवन इंटीजर। तो जेकर सानू ये गल की जाती भी ऑड लिख के दिखा जो मर्जी पूछ सकते साडे कोल ऑड भी कह सकते लिखो ऑड जो ऑड लिखना ही फिर 8 तो अगे की आना है जी 8 तो अगे आना है साडे कोले 9 10 नहीं आना लिखने ऑड है 11 13 15 ਤੇ 17। ਹੁਣ ਇਸੇ ਪ੍ਰਕਾਰ ਜਿਹੜਾ ਸਾਡਾ ਸਵਾਲ ਆ ਉਹਦੇ ਵਿੱਚ ਕੀ ਕਿਹਾ ਗਿਆ ਜੀ ਉਹਨਾਂ ਨੇ ਸਾਨੂੰ ਕਿਹਾ ਵੀ -64 ਤੋਂ ਅੱਗੇ ਵਾਲੇ
ਈਵਨ ਇੰਟੀਜਰ ਲਿਖਣੇ ਆ ਤੇ -64 ਤੋਂ ਅੱਗੇ ਵਾਲੇ ਪਤਾ ਕੌਣ ਹੋਣਗੇ? -62 -60 -58 -56 ਤੇ -54। ਇਹ ਸਵਾਲ ਥੋੜਾ ਜਿਹਾ ਦਿਮਾਗੀ ਨੇ, ਵੈਸੇ ਬੜੀ ਚੰਗੀ ਗੱਲ ਹੈ ਜੇ ਇਹੋ ਜਿਹੇ ਸਵਾਲ ਆਪਾਂ ਕਰੀਏ ਤੇ ਸਾਡੀ ਵਧੀਆ ਪ੍ਰੈਕਟਿਸ ਹੋ ਜੇ। ਤੇ ਪ੍ਰੈਕਟਿਸ ਹੋਣ ਦੇ ਨਾਲ ਇਹ ਆ ਕਿ ਸਾਨੂੰ ਇਹ ਸਾਰੇ ਸਵਾਲ ਤੇ ਇਹਨਾਂ ਦੀ ਸਾਰੀ ਸਮਝ ਆਉਂਦੀ ਆ। ਆਓ ਕੁਝ ਹੋਰ ਸਵਾਲ ਡਿਵੀਜ਼ਨ ਦੇ ਕਰੀਏ ਜਿਹੜੇ ਥੋੜੇ ਰਹਿ ਗਏ ਨੇ। ਡਿਵੀਜ਼ਨ ਦੇ ਸਵਾਲਾਂ ਦੇ ਵਿੱਚ ਸਾਡੇ ਕੋਲੇ ਗੱਲ ਆਪਾਂ ਪਹਿਲਾਂ ਕਰ ਚੁੱਕੇ ਆ ਇਹਦੀ, ਇਹਨਾਂ ਨੰਬਰਸ ਦੀ, ਡਿਵੀਜ਼ਨ ਦੇ ਨੰਬਰਸ ਦੀ। ਉਹਦੇ ਵਿੱਚ ਥੋੜੀ ਜਿਹੀ ਗੱਲ ਐਡੀਸ਼ਨ ਇਹ ਕਰਨੀ ਆ ਕਿ ਜੇਕਰ ਪਹਿਲਾ ਸਵਾਲ -9 ਨੂੰ ਡਿਵਾਈਡ ਕਰਨਾ ਜੀ -1 ਦੇ ਨਾਲ, ਤੇ ਉਹ ਮੈਂ ਦੱਸਿਆ ਜੀ ਮਾਈਨਸ ਨਾਲ ਮਾਈਨਸ ਕੱਟਿਆ ਜਾਂਦਾ, तो कितना बन गया जी 9 ਨੂੰ 1 ਨਾਲ डिवाइड कर दो तो कितना आ गया जी 9। और जो दूसरा सवाल है ਉਹਦੇ ਵਿੱਚ 0, पहली गल कि 0 ਨੂੰ ਕਿਸੇ ਵੀ ਨੰਬਰ ਨਾਲ डिवाइड करिए वो 0, कोई चीज़ है ही नहीं। थाली च एक रोटी है नहीं, थाली च रोटी एक भी है नहीं जी, खाली थाली है तो खाने वाले 2 जने तो रोटी मिलूगी इनू? रोटी तो है ही नहीं, रोटी तो 0 ਹੁਣ ਇਹ थाली च रोटी है नहीं तो भावें 5 होंगे भावें 50 भावें जिन्ने मर्जी जाने होना, पर रोटी किहनूं नहीं मिलनी। एक बार जो 0 ਨੂੰ किसी चीज़ ਨਾਲ डिवाइड करिए तो जवाब कितना आंदा वा 0 आंदा वा। और कुछ सवाल तुसीं करोगे, नोट करो जी। हुण थर्ड सवाल 28 ਨੂੰ डिवाइड करना -7 ਦੇ ਨਾਲ। चौथा सवाल -12 ਨੂੰ डिवाइड करो -12 ਦੇ ਨਾਲ। और पंजवां सवाल है -66 ਨੂੰ डिवाइड करना वा -6 ਦੇ ਨਾਲ। ਇਹ ਕੁਝ ਸਵਾਲ ਸਨ ਜੋ ਕਿ ਆਪਾਂ ਡਿਵੀਜ਼ਨ ਤੇ ਕੀਤੇ ਆ। ਇੱਕ ਦੋ ਸਵਾਲ ਅਸੀਂ ਦਿਮਾਗੀ ਨੇ ਉਹ ਕਰਦੇ ਆ, ਤੇ ਜੇਕਰ ਉਹਦੇ ਥੋੜੀ ਜਿਹੀ ਉਹਨਾਂ ਦੀ ਜਿਹੜੀ ਇੰਟਰਚੇਂਜ ਕਰ ਲਈ ਪੋਜੀਸ਼ਨ ਉਹਨਾਂ ਨੰਬਰਸ ਦੀ, ਤੇ ਉਹ ਸਵਾਲ ਬਹੁਤ ਆਸਾਨ ਹੋ ਜਾਂਦਾ ਵਾ। ਉਹ ਕਰਨ ਤੋਂ ਪਹਿਲਾਂ ਅਸੀਂ ਇਹੋ ਜਿਹੇ ਸਵਾਲ ਵੀ ਕਰਦੇ ਆ ਕਿ ਜਿਸ ਤਰ੍ਹਾਂ ਮੈਂ ਕਹਿਣਾ ਵਾ ਕਿ ਤੁਸੀਂ ਦੱਸੋ ਉਹ ਕਿਹੜੇ 2 ਨੰਬਰ ਨੇ ਜਿਨ੍ਹਾਂ ਨੂੰ ਜਮ੍ਹਾਂ ਕਰਨ ਤੇ 12 ਆਉਂਦਾ ਵਾ, ਤੇ ਤੁਸੀਂ ਜਲਦੀ ਨਾਲ ਕਹਿੰਦੇ ਹੋ 6 ਤੇ 6। ਇਹ ਵੀ ਹੋ ਸਕਦਾ, ਤੇ ਸਾਡੇ ਕੋਲੇ 10 ਤੇ 2 ਵੀ ਹੋ ਸਕਦਾ, ਤੇ ਸਾਡੇ ਕੋਲੇ 13 - 1 ਵੀ ਹੋ ਸਕਦਾ। ਉਹ 13 ਚੋਂ ਘਟਾਈ ਕਿੰਨਾ ਹੁੰਦਾ ਜੀ 12। ਇਹ ਉਹਦੇ ਸਾਡੇ ਕੋਲ ਅਣਗਿਣਤ ਪੇਅਰ ਬਣਨਗੇ ਵੀ ਜਿਨ੍ਹਾਂ ਨੂੰ ਜਮ੍ਹਾਂ ਕਰੀਏ ਤੇ ਕਿੰਨਾ ਜੇ 12 ਆ ਜੇ। ਹੁਣ ਮੈਂ ਇਹ ਸਵਾਲ ਕਹਿਣਾ ਵੀ ਤੁਸੀਂ ਮੈਨੂੰ ਕੋਈ 2 ਨੰਬਰ ਦੱਸੋ ਜਿਹਨਾਂ ਨੂੰ ਪਲੱਸ ਕਰਨ ਤੇ -2 ਆਵੇ। तो देखो जी वो की हो सकता जी -1 -1। और की हो सकता जी 3 -5 0 -2। ਇਹਦੇ ਵੀ ਅਣਗਿਣਤ ਪੇਅਰ ਬਣ ਸਕਦੇ ਨੇ ਇਸ ਤਰ੍ਹਾਂ ਤੋੜਨ ਲਈ। ਇਹ ਹੀ ਪਲੱਸ ਤੇ ਮਾਈਨਸ ਦੀ ਗੱਲ। ਪਰ ਜੇਕਰ ਸਾਨੂੰ ਕੋਈ ਕਹੇ ਕਿ ਤੁਸੀਂ ਇਹੋ ਜਿਹੇ 2 ਨੰਬਰ ਲੱਭੋ ਜਿਨ੍ਹਾਂ ਨੂੰ ਗੁਣਾ ਕਰਨ ਤੇ -8 ਆਵੇ, तो फिर साढ़े को की है जी एक है -4 × 2, क्योंकि आंसर सानू माइनस चाहिए, इस करके एक पॉजिटिव लवांगे तो एक ही लवांगे नैगेटिव लवांगे। होर की पेयर बन सकता जी साडू के भी तो हो सकता -8 × 1। ये तो बिना जेकर आप संपूर्ण संख्या में वेखिए तो होर ये तो बिना साडे कोल कोई इहदा फैक्टर नहीं बनेगा, क्योंकि ये फैक्टर 1 2 4 ते जां 8 हो सकते हैं। सिंपल साइन आप इधर से उधर कर सकते हैं। इस प्रकार तुसी -6 ਨੂੰ ਉਹਨਾਂ पेयर ਵਿੱਚ ਲਿਖੋਗੇ कि प्लस करन ਜਾਂ माइनस करन ਤੇ ਕਿੰਨਾ ਬਣੇ -6। ਇਹਦੇ ਕੋਈ ਨਾ ਕੋਈ ਆਨਸਰ ਸੋਲਵ ਕਰੋਗੇ। ਤੇ ਥੋੜਾ ਜਿਹਾ ਆਪਾਂ ਸਚਾਰਤਾ ਦਾ ਗੁਣ ਕਰਦੇ ਹਾਂ। ਉਹਦੇ ਵਿੱਚ ਜੇਕਰ ਕੋਈ ਸਵਾਲ ਸਾਡੇ ਕੋਲ ਲਿਖਿਆ ਦੇਖਿਓ ਦੇਖਣੋਂ ਔਖਾ ਲੱਗੇਗਾ ਪਰ ਹੋਏਗਾ ਝੱਟੀ ਸੋਲਵ। साढ़े को लिखा 8 × 2 जमा 8 × 8। सानू लोड़ नहीं कि 2 जगह गुणा करने की। सिंपल आप ये देखना कि 8 इत्थे भी है तो 8 इत्थे भी है। 8 कॉमन ले लिया, जो कॉमन लिया इस पैच 2 बच गया
ਤੇ ਇਸ ਪੈਸੇ 'ਚ ਵੀ 8 ਤੇ ਬਾਹਰ ਲੈ ਲਿਆ ਤੇ 8 ਬਚ ਗਿਆ ਤੇ ਉਹ ਕਿੰਨਾ ਹੋ ਗਿਆ ਜੀ 8 ਤੇ 2 10 ਤੇ 10 8 80। ਇਸ ਪ੍ਰਕਾਰ ਇਹ ਸਵਾਲ ਸੌਖਾ ਹੋ ਜਾਂਦਾ। ਆਪਾਂ ਤੁਹਾਡੀ ਬੁੱਕ ਦੇ ਵਿੱਚੋਂ ਸਵਾਲ ਲੈਨੇ ਆ ਅਭਿਆਸ 1.3 ਔਰ ਇਹਦਾ ਸਵਾਲ ਕਰਦੇ ਆ ਜੀ ਪੰਜਵੇਂ ਸਾਲ ਦਾ ਪਹਿਲਾ ਪਾਠ। ਉਹਦੇ 'ਚ ਦੇਖੋ ਜੀ ਕੀ ਆ ਉਚਿਤ ਗੁਣ ਦਾ ਪ੍ਰਯੋਗ ਕਰਦੇ ਸਵਾਲ ਨੂੰ ਹੱਲ ਕਰੋ। ਦੇਖਣ ਨੂੰ ਸਵਾਲ ਬਹੁਤ ਵੱਡਾ ਲੱਗੇਗਾ 26 ਗੁਣਾ -48 ਪਲੱਸ -48 ਗੁਣਾ -36। ਹੁਣ ਦੇਖੋ ਦੋ ਸਾਡੇ ਕੋਲੇ ਪੈਚ ਨੇ ਇਹਨਾਂ ਦੋਨਾਂ ਪੈਚਾਂ 'ਚ ਕਾਮਨ ਕੀ ਹੈ ਜੀ -48 -48 ਕਾਮਨ ਲੈ ਲਿਆ ਤੇ ਬ੍ਰੈਕਟ ਵਿੱਚ ਕੀ ਰਹੇਗਾ ਜੀ ਇੱਥੋਂ -48 ਬਾਹਰ ਲੈ ਲਿਆ ਤਾਂ ਅੰਦਰ ਕੀ ਰਹੇਗਾ ਜੀ 26 ਤੇ ਪਲੱਸ ਇੱਧਰ ਕੀ ਰਹੇਗਾ ਜੀ -36 ਔਰ ਇਹ ਕੀ ਬਣेगी -48 ਇਹ ਬਣेगा 26 -36 तो कितना आंदा जी प्लस माइनस करांगे -10 हो गया जी तो माइनस ना माइनस कटेगा ही गुणा च तो 480 आंसर आ गया। सानू कोई भी वड्डी कैलकुलेशन नहीं करनी पई बिल्कुल सौखे जे तरीके नाल ही साडा सवाल हो गया। एक जे होर पार्ट करते हैं सी पार्ट करते हैं जी साडे कोल लिखा जी 15 गुणा -25 और गुणा -4 गुणा -10। ਹੁਣ ਇਹ ਸਵਾਲ ਦੇ ਵਿੱਚ ਸਾਰੇ ਨੰਬਰ ਸਾਡੇ ਕੋਲੇ ਗੁਣਾ ਦੇ ਨਿਸ਼ਾਨ ਨੇ। ਉਹਦੇ ਵਿੱਚੋਂ ਅਸੀਂ ਪਹਿਲਾਂ ਦੇਖਾਂਗੇ ਵੀ ਜਿਹੜੀਆਂ ਘਟਾਓ ਦੇ ਨਿਸ਼ਾਨ ਨੇ ਉਹ ਕਿੰਨੇ ਨੇ 3 ਨੇ ਪਰ 3 ਦਾ ਮਤਲਬ ਕੀ ਹੈ ਕਿ ਐਸ ਘਟਾਓ ਨਾ ਘਟਾਓ ਕੱਟੀ ਗਈ ਔਰ ਇੱਕ ਘਟਾਓ ਬਚ ਗਈ। ਅਗਲੀ ਗੱਲ ਭਾਈ ਇਹਨੂੰ ਇਹਦੇ ਨਾਲ ਹੀ ਗੁਣਾ ਕਰਾਂਗੇ ਇਹਨੂੰ ਇਹਦੇ ਨਾਲ ਕਰਾਂਗੇ 25 ਚੌਕਾ 100 ਤੇ 15 ਨੂੰ ਇਹਦੇ ਨਾਲ ਕਰ ਲਾਂਗੇ 15 ਦਾ 150 ਤਾਂ ਕਿੰਨਾ ਆਂਸਰ ਆ ਗਿਆ ਜੀ 150 एकम 150 ਤੇ ਨਾਲ 2 ਜ਼ੀਰੋ ਦਾ ਕੀ ਹੈ ਇਹ ਅੱਡਾ ਕੀ ਆ ਗਿਆ ਜੀ ਆਨਸਰ। ਕਹਿੰਦੇ ਨੂੰ ਥੋੜੀ ਜਿਹੀ ਟ੍ਰਿਕਸ ਜਾਂ ਥੋੜੀ ਜਿਹੀ ਸਮਝ ਹੀ ਲੈਣੀ ਆ ਵੀ ਕਿਹਨੂੰ ਕਿਹਦੇ ਨਾਲ ਮਲਟੀਪਲਾਈ ਕਰੀਏ ਤੇ ਸਾਡਾ ਆਨਸਰ ਜਿਹੜਾ ਵਾ ਬਹੁਤ ਹੀ ਸੌਖਾ ਤੇ ਜਲਦੀ ਆਸਾਨ ਆ ਜਾਏਗਾ। ਹੋਰ ਇੱਕ ਸਵਾਲ ਕਰਦੇ ਆ ਇਸੇ ਨਾਲ ਦਾ ਹੀ। ਉਹ ਸਵਾਲ ਦੇਖੋ ਕੀ ਹੈ ਜੀ 625 ਇਹ ਸਾਡਾ ਈ ਪਾਰਟ ਹੈ 625 गुणा -35 जमा -625 ਤੇ ਗੁਣਾ 65। ਇਹਦੇ ਵਿੱਚ ਦੇਖੋ ਜੀ 625 ਕਾਮਨ ਹੈ ਬਾਹਰ ਲੈ ਲਿਆ ਜੀ ਬ੍ਰੈਕਟ ਜਿੱਥੇ ਕੀ ਰਹਿ ਗਿਆ ਜੀ -35 ਪਰ 625 ਇੱਥੇ ਮਾਈਨਸ ਹੈ ਜੀ ਪਰ ਆਪਾਂ ਦੇ ਪਰ ਪੋਜ਼ਿਟਿਵ ਹੀ ਲਿਆ ਇਹ ਕਰਕੇ -65 ਨਾਲ ਲਾ ਦਿਆਂਗੇ ਤੇ ਦੇਖੋ ਜੀ ਕੀ ਬਣ ਗਿਆ ਜੀ 625 ਗੁਣਾ ਤੇ ਆ ਕੀ ਬਣ ਗਿਆ ਜੀ 6 ਤੇ 9 -100 ਇੱਕ ਪਲੱਸ ਦਾ ਤੇ ਇੱਕ ਮਾਈਨਸ ਦਾ ਮਾਈਨਸ ਆਂਸਰ ਆ ਗਿਆ ਜੀ ਤੇ ਕੀ ਬਣ ਜਾਏਗਾ 625 ਦੇ ਨਾਲ 2 ਇਹ ਸਾਡਾ ਉੱਤਰ ਹੋ ਗਿਆ। ਦੇਖੋ ਨਾ ਕਿੱਡਾ ਵੱਡਾ ਸਵਾਲ ਲੱਗਿਆ ਸੀ ਪਰ ਜੇ ਥੋੜੀ ਜਿਹੀ ਆਪਾਂ ਉਹਦੇ 'ਚ ਐਡਜਸਟਮੈਂਟ ਦੇਖੀ ਵੀ ਕਿਹਨੂੰ ਕਿਹਦੇ ਨਾਲ ਕਰਨਾ ਤੇ ਸਾਡਾ ਸਵਾਲ ਬਹੁਤ ਹੀ ਜਲਦੀ ਆ ਗਿਆ। ਇੱਕ ਸਵਾਲ ਦਾ ਹੋਰ ਕਰਦੇ ਆ ਬੀ ਪਾਰਟ ਕਰਦੇ ਆ ਜੀ 8 ਗੁਣਾ 53 ਗੁਣਾ -125 ਕਿਉਂਕਿ ਸਾਰੇ ਗੁਣਾ ਦੇ ਨੇ ਤੇ ਪਲੱਸ ਇਹ ਮਾਈਨਸ ਹੈ ਤੇ ਆਨਸਰ ਸਾਡਾ ਮਾਈਨਸ ਆਏਗਾ। ਪਹਿਲੀ ਗੱਲ ਤੇ ਦੂਜੀ ਗੱਲ ਇਹਨੂੰ ਇਹਦੇ ਨਾਲ ਗੁਣਾ ਕਰਨ ਦੀ ਲੋੜ ਨਹੀਂ ਇਹਨੂੰ ਇਹਦੇ ਨਾਲ ਗੁਣਾ ਕਰ ਲਓ 125 ਨੂੰ 8 ਨਾਲ ਗੁਣਾ ਕਰੀਏ 1000 -1000 गुणा 53 -53 बन जा 53 ਤੇ ਨਾਲ 3 ਇਹ ਸਾਡਾ ਕੀ ਹੈਗਾ ਜੀ ਆਨਸਰ। ਕਹਿਣ ਦਾ ਮਤਲਬ ਹੈ ਛੋਟੀ ਜਿਹੀਆਂ ਹੀ ਆਪਾਂ ਜੇ ਗੱਲਾਂ ਇਹਨਾਂ ਨੂੰ ਇਹ ਸਮਝ ਲਈਏ ਵੀ ਕਿਹਨੂੰ ਕਿਹਦੇ ਨਾਲ ਗੁਣਾ ਕਰਨਾ ਕਿ ਸਾਡਾ ਬਹੁਤ ਹੀ ਸਵਾਲ ਸੌਖਾ ਹੋ ਜਾਂਦਾ ਵਾ। ਔਰ 2 ਸਵਾਲ ਮੈਂ ਤੁਹਾਨੂੰ ਦੇਣੇ ਆ ਉਹ ਤੁਸੀਂ ਘਰੋਂ ਕਰਨੇ ਆ। ਪਹਿਲਾ ਸਵਾਲ ਦੇ ਦਿਆਂਗਾ ਵੀ ਤੁਸੀਂ 7 × 50 -2 ਇਹਨੂੰ ਸੋਲਵ ਕਰਨਾ ਵਾ। ਉਸ ਤਰ੍ਹਾਂ ਜਦੋਂ ਬ੍ਰੈਕਟ ਆ ਜਾਂਦੀ ਆ ਤੇ ਬ੍ਰੈਕਟ ਦੇ ਬੇਸ ਉੱਤੇ ਮੈਂ ਪੂਰੀ ਇੱਕ ਦੁਬਾਰਾ ਤੁਹਾਡੇ ਨਾਲ ਇੱਕ ਲੈਕਚਰ ਲਵਾਂਗਾ ਜਿਸ 'ਚ ਆਪਾਂ ਸਿਰਫ ਤੇ ਸਿਰਫ ਬ੍ਰੈਕਟਸ 'ਤੇ ਗੱਲ ਕਰਾਂਗੇ ਤੇ ਕਿਉਂਕਿ ਸਮਾਲ ਬ੍ਰੈਕਟ
ਇਹਨੂੰ ਪਹਿਲਾਂ ਸੋਲਵ ਕਰਨਾ ਹੁੰਦਾ ਤੇ ਜੋ ਸੋਲਵ ਕਰਾਂਗੇ ਤੇ 52 ਮਾਈਨਸ ਕੀਤੇ ਤੇ 48 ਆ ਗਏ ਤੇ ਬਾਕੀ ਫਿਰ 48 ਨੂੰ 7 ਨਾਲ ਮਲਟੀਪਲਾਈ ਕਰ ਲਾਂਗੇ 8 7 56 ਤੇ 7 ਚੌਕੇ 28 28 ਤੇ 5 33 ਕਹਿਣ ਦਾ ਮਤਲਬ ਵੀ ਬ੍ਰੈਕਟ ਦੇ ਬੇਸ ਤੇ ਆਪਾਂ ਅਗਲੇ ਲੈਕਚਰ 'ਚ ਮਿਲਾਂਗੇ। ਤਦ ਤੱਕ ਸਤਿ ਸ੍ਰੀ ਅਕਾਲ, ਥੈਂਕਸ।